Good afternoon to my students and my fellow teachers. I am Shakti Kumar Beri, lecturer English from Government Senior Secondary School Boys, Jagrao. ਅੱਜ ਫਿਰ ਇੱਕ ਆਪਾਂ ਟੌਪਿਕ ਲੈ ਕੇ ਆਏ ਹਾਂ ਰਾਈਟਿੰਗ ਦੇ ਨਾਲ ਹੀ ਕੰਸਰਨਡ ਹੈ। ਹਾਲਾਂਕਿ ਇਹ ਟੌਪਿਕ ਸਪੋਕਨ ਤੇ ਰੀਡਿੰਗ ਕਿਸੇ ਨਾਲ ਵੀ ਰਿਲੇਟਡ ਹੋ ਸਕਦਾ ਬਟ ਆਈ ਹੈਵ ਪੁੱਲਡ ਦਿਸ ਟੌਪਿਕ ਸਪੈਸ਼ਲੀ ਫॉर ਰਾਈਟਿੰਗ ਕਿ ਆਪਾਂ ਵੋਕੈਬਲਰੀ ਨੂੰ ਰਾਈਟਿੰਗ ਵਿੱਚ ਕਿੱਦਾਂ ਯੂਜ਼ ਕਰਨਾ ਹੈ, ਇਹਦਾ ਰੋਲ ਕੀ ਹੈ ਅਤੇ ਵੋਕੈਬਲਰੀ ਦੇ ਕਿਹੜੇ ਟੂਲਸ ਹੈ ਜਿਹੜੇ ਸਾਨੂੰ ਆਪਾਂ ਰਾਈਟਿੰਗ ਦੇ ਵਿੱਚ ਯੂਜ਼ ਕਰਨੇ ਚਾਹੀਦੇ ਹੈ। ਤੋ ਵੀ ਆਰ ਗੋਇੰਗ ਟੂ ਟਾਕ ਅਬਾਊਟ ਦੈਟ। ਤਾਂ ਫਸਟ ਆਫ ਆਲ ਆਪਾਂ ਨੂੰ ਸ਼ਬਦਾਂ ਦੀ ਇੰਪੋਰਟੈਂਸ ਬਾਰੇ ਜਾਣਕਾਰੀ ਲੈ ਲਈਏ ਕਿ ਦੁਨੀਆ ਦੇ ਵਿੱਚ ਕੋਈ ਵੀ ਗੱਲ ਕਹਿਣੀ ਕਹਾਣੀ ਸਮਝਣੀ ਸਮਝਾਉਣੀ ਹੈ ਤਾਂ ਸ਼ਬਦਾਂ ਦੇ ਨਾਲ ਹੀ ਕਰ ਸਕਦੇ ਹੈਗੇ। ਸ਼ਬਦ ਨਹੀਂ ਹੈ ਤਾਂ ਲੈਂਗੁਏਜ ਨਹੀਂ ਹੈ। ਤਾਂ ਕਿਸੇ ਵੀ ਲੈਂਗੁਏਜ ਦਾ ਬੈਕਬੋਨ ਸ਼ਬਦ ਹੀ ਹੁੰਦੇ ਆ, ਵਰਡਸ ਹੀ ਹੁੰਦੇ ਆ। ਤੁਸੀਂ ਵਰਡਸ ਨਾਲ ਓਪੀਨੀਅਨਸ ਬੇਸ ਕਰ ਸਕਦੇ ਹੋ, ਕਿਸੇ ਬਾਰੇ ਗੱਲ ਕਰ ਸਕਦੇ ਹੋ, ਕਿਸੇ ਦੇ ਬਾਰੇ ਵਿਚਾਰ ਦੇ ਸਕਦੇ ਹੋ। ਤੁਸੀਂ ਵਰਡਸ ਦੇ ਨਾਲ ਚੀਜ਼ਾਂ ਨੂੰ ਡਿਸਕ੍ਰਾਈਬ ਕਰ ਸਕਦੇ ਹੋ, ਕੋਈ ਚੀਜ਼ ਕਿੱਦਾਂ ਵਰਕ ਕਰਦੀ ਹੈ, ਉਹ ਪ੍ਰੋਸੈਸ ਕਿਸ ਤਰ੍ਹਾਂ ਚੱਲਦਾ ਹੈਗਾ। ਐਕਸ਼ਨ ਡਿਸਕ੍ਰਾਈਬ ਕਰਨੇ ਹੋਣ, ਘਟਨਾਵਾਂ ਦਾ ਵਰਣਨ ਕਰਨਾ ਹੈ ਤਾਂ ਯੂ ਆਲ ਨੀਡ ਵਰਡਸ। ਤਾਂ ਰੋਬਿਨ ਵਿਲੀਅਮਸ ਇੱਕ ਬਹੁਤ ਵੱਡਾ ਹਾਲੀਵੁੱਡ ਐਕਟਰ ਹੋਇਆ। ਵੋਕੈਬਲਰੀ ਬਾਰੇ ਉਹਦੀ ਇੱਕ ਫਰੇਜ਼, ਉਹਦੀ ਇੱਕ ਕੋਟੇਸ਼ਨ ਬੜੀ ਮਸ਼ਹੂਰ ਹੈ। ਹੀ ਸੇਜ਼ ਕਿ ਇਫ ਯੂ ਹੈਵ ਅ ਲਿਮਿਟਡ ਵੋਕੈਬਲਰੀ ਯੂ ਵਿਲ ਹੈਵ ਅ ਲਿਮਿਟਡ ਵਿਜ਼ਨ। ਕਹਿਣ ਦਾ ਭਾਵ ਹੈ ਜੇ ਵੋਕੈਬਲਰੀ ਘੱਟ ਹੈ ਤਾਂ ਵਿਜ਼ਨ ਵੀ ਕਹਿੰਦਾ ਬੰਦੇ ਦੀ ਦੂਰਦ੍ਰਿਸ਼ਟੀ ਵੀ ਘੱਟ ਹੁੰਦੀ ਹੈ। ਸ਼ਾਇਦ ਇੱਥੋਂ ਤੱਕ ਉਹ ਬਿਲੀਵ ਕਰਦੇ ਕਿ ਸ਼ਬਦਾਂ ਦੀ ਪਾਵਰ ਇੰਨੀ ਜ਼ਿਆਦਾ ਹੈ ਕਿ ਜਿਹੜਾ ਬੰਦਾ ਆਪਣੀ ਗੱਲ ਸਮਝ ਤੇ ਸਮਝਾ ਸਕਦਾ ਹੈਗਾ ਅਤੇ ਦੂਸਰਿਆਂ ਨਾਲ ਪ੍ਰੈਜ਼ੈਂਟ ਕਰ ਸਕਦਾ ਆਪਣੇ ਆਪ ਨੂੰ, ਤਾਂ ਉਹ ਬੰਦਾ ਹੀ ਵਿਲ ਗੋ ਅ ਲੌਂਗ ਵੇ। ਸੋ ਆਲਵੇਜ਼ ਮੇਕ ਸ਼ੋਰ ਦੈਟ ਯੂ ਨੋ ਮੋਰ ਵਰਡਸ ਦੈਨ ਇਟ ਇਜ਼ ਰਿਕੁਆਇਰਡ ਬਿਕੋਜ਼ ਦੇ ਆਰ going to take you a long way, whether you are in a company or in a job or as a student. If you will have a broader vocabulary, if you'll have a more vocabulary than the others, you will be seen more, your remarks will be liked more. Since ajkal ta वैसे ही social media ਦਾ ਜ਼ਮਾਨਾ ਹੈ, ਫੇਸਬੁੱਕ WhatsApp ਦੇ ਉੱਤੇ ਆਪਾਂ ਕਮੈਂਟਸ ਬਹੁਤ ਕਰਦੇ ਹੈਗੇ ਆ। ਤਾਂ ਅਗਰ ਤੁਹਾਡੇ ਕਮੈਂਟਸ ਦੇ ਵਿੱਚ ਅੱਛੀ ਵੋਕੈਬਲਰੀ ਨਜ਼ਰ ਆਉਂਦੀ ਹੈ ਤਾਂ ਤੁਹਾਡੇ ਲਾਈਕਸ ਵੀ ਅੱਛੇ ਮਿਲਦੇ ਆ। ਤਾਂ ਆਪਾਂ ਸਿਰਫ ਇਹਦੇ ਵਾਸਤੇ ਨਹੀਂ ਦੇਖਣਾ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਤੁਹਾਡਾ ਐਸੇ ਅੱਛਾ ਲਿਖਿਆ, ਲੈਟਰ ਅੱਛੀ ਲਿਖੀ ਹੈ, ਉਹਦਾ ਕਾਰਨ ਇਹੀ ਹੈ ਕਿ ਤੁਹਾਡੀ ਗ੍ਰਾਮਰ ਦੇ ਨਾਲ ਨਾਲ ਵੋਕੈਬਲਰੀ ਅੱਛੀ। ਔਰ ਇਸ ਤੋਂ ਗੱਲ ਮੈਨੂੰ ਇਹ ਯਾਦ ਆਈ ਕਿ ਗ੍ਰਾਮਰ ਤੋਂ ਬਾਅਦ ਵੋਕੈਬਲਰੀ ਦਾ ਜਿਹੜਾ ਟਾਈਮ ਆਉਂਦਾ ਹੈਗਾ, ਥੋੜ੍ਹਾ ਵੋਕੈਬਲਰੀ ਪਹਿਲਾਂ ਸਿੱਖ ਲੈਣੀ ਗ੍ਰਾਮਰ ਪਹਿਲਾਂ ਸਿੱਖ ਲੈਣੀ ਚਾਹੀਦੀ। ਸੋ ਉਸੇ ਤਰ੍ਹਾਂ ਹੀ ਸੈਂਟੈਂਸ ਵਰਡ ਤੋਂ ਬਗੈਰ ਨਹੀਂ ਬਣ ਸਕਦੇ। ਤਾਂ ਵਰਡ ਨੂੰ ਸੈਂਟੈਂਸ ਦੀ ਲੋੜ ਹੈ, ਔਰ ਕਿਸੇ ਵੀ ਸੈਂਟੈਂਸ ਨੂੰ ਸਮਝਣ ਵਾਸਤੇ ਕੰਟੈਕਸਟ ਦੀ ਲੋੜ ਹੈ। ਉਹ ਸੈਂਟੈਂਸ ਕਿਹੜੇ ਕੰਟੈਕਸਟ 'ਚ ਯੂਜ਼ ਕੀਤਾ ਗਿਆ। ਇੱਕੋ ਸ਼ਬਦ ਨੂੰ ਆਪਾਂ ਕਈ ਵਾਰੀ ਅਲੱਗ-ਅਲੱਗ ਤਰੀਕਿਆਂ 'ਚ ਵਰਤ ਲੈਂਦੇ ਆ, ਲੇਕਿਨ ਉਹਦਾ ਮਤਲਬ ਕਈ ਵਾਰੀ ਅਲੱਗ-ਅਲੱਗ ਹੁੰਦਾ। ਐਜ਼ ਅ ਪਾਰਟ ਆਫ ਸਪੀਚ ਤੁਸੀਂ ਦੇਖਿਆ ਹੋਇਆ। ਔਰ ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਵੀ ਤੁਸੀਂ ਹਾਇਰ ਲੈਵਲ ਦੀ ਕੋਈ ਪ੍ਰੈਜੈਂਟੇਸ਼ਨ ਦੇਖਣੀ ਹੈ ਜਾਂ ਫਿਰ ਆਪਾਂ ਕੋਈ ਲੈਸਨ ਦੇਖਣਾ ਹੈ ਤਾਂ ਯੂ ਆਰ ਰਿਕੁਆਇਰਡ ਸਪੈਸ਼ਲੀ ਐਸ 9, 10, +1, +2 ਲੈਵਲ, ਇਹ ਰਿਕੁਆਇਰਡ ਹੈ ਕਿ ਤੁਸੀਂ ਪਾਰਟਸ ਆਫ ਸਪੀਚ ਪਹਿਲਾਂ ਸਾਰੇ ਤੁਹਾਨੂੰ ਨੋਨ ਹੋਣੇ, ਤੁਹਾਡੀ ਪ੍ਰੀਵੀਅਸ ਨੌਲੇਜ ਦੇ ਵਿੱਚ ਹੋਣੇ ਚਾਹੀਦੇ। ਆਈ ਕੈਨਟ ਮੇਕ ਪੀਪਲ ਅੰਡਰਸਟੈਂਡ ਜਿਨ੍ਹਾਂ ਨੂੰ ਅਜੇ ਤੱਕ ਪ੍ਰੋਨਾਊਨ ਨਹੀਂ ਪਤਾ, ਐਡਜੈਕਟਿਵਸ ਨਹੀਂ ਪਤਾ ਔਰ ਨਾਊਨਸ ਕਿੱਦਾਂ ਯੂਜ਼ ਹੁੰਦੇ ਆ, ਤਾਂ ਐਜ਼ ਐਨ ਕਹਿ ਲਓ ਵੀ ਐਡਵਰਬ ਕੀ ਹੈ। ਸੋ ਇਟਸ ਬਿਕਮਸ ਵੈਰੀ ਡਿਫੀਕਲਟ ਕਿ ਜਦੋਂ ਸਮਝਾਉਣਾ ਪਵੇ ਕਿ ਮੈਂ ਹੁਣ ਕਲੌਜ਼ਸ ਸਮਝਾਉਣੀਆਂ ਜਾਂ ਚਲੋ ਵੋਕੈਬਲਰੀ ਪਾਰਟ ਹੀ ਸਮਝਾਉਣਾ। ਤਾਂ ਵੋਕੈਬਲਰੀ ਪਾਰਟ ਵਿੱਚ ਇੱਕ ਵਰਡ ਐਜ਼ ਅ ਵਰਬ, ਐਜ਼ ਅ ਨਾਊਨ, ਐਜ਼ ਐਨ ਐਡਜੈਕਟਿਵ, ਐਜ਼ ਐਨ ਐਡਵਰਬ ਵੀ ਯੂਜ਼ ਹੁੰਦਾ ਹੈ। ਤਾਂ ਜਿਹੜੇ ਬੱਚੇ ਨੂੰ ਹੁਣ ਉਹ ਨੌਲੇਜ ਗੈਪਸ ਹੈਗੇ ਆ ਨਾ ਪਾਰਟਸ ਆਫ ਸਪੀਚ ਦੇ, ਸੋ ਥੋੜ੍ਹਾ ਡਿਫੀਕਲਟ ਰਹੇਗਾ। ਮੈਂ ਨਹੀਂ ਕਹਿੰਦਾ ਇਹ ਪੋਸੀਬਲ ਨਹੀਂ ਹੈਗਾ, ਬਟ ਆਈ ਥਿੰਕ ਯੂ ਗੋ ਅ ਲੌਂਗ ਵੇ। ਹੁਣ ਮੈਂ ਇੱਕ ਗੱਲ ਕਰ ਰਿਹਾ ਸੀ, ਇੱਕੋ ਵਰਡ ਅਲੱਗ-ਅਲੱਗ ਕੰਟੈਕਸਟ ਜਦੋਂ ਯੂਜ਼ ਕਰਦੇ ਆ ਤਾਂ ਉਹਦੇ ਮੀਨਿੰਗ ਚੇਂਜ ਹੁੰਦੇ ਆ। ਆਪਾਂ ਰਨ ਇੱਕ ਵਰਡ ਲੈ ਲਿਆ, ਤੁਸੀਂ ਇਹਦੀ ਐਗਜ਼ਾਮਪਲਸ ਦੇਖ ਲਓ। ਮੈਂ 7-8 ਦਿੱਤੀ ਐਗਜ਼ਾਮਪਲ, ਪਰ ਆਪਾਂ 3-4 ਐਗਜ਼ਾਮਪਲਸ ਦੇਖ ਕੇ ਜੱਜ ਕਰਨ ਦੀ ਕੋਸ਼ਿਸ਼ ਕਰਦੇ ਵੀ ਹੋ ਕੀ ਰਿਹਾ। ਤਾਂ ਫਸਟ ਲਾਈਨ ਵਿੱਚ ਹੀ ਕੈਨ ਰਨ ਵੈਰੀ ਫਾਸਟ ਐਂਡ ਵਿਨ ਦ ਪ੍ਰਾਈਜ਼। ਤਾਂ ਇੱਥੇ ਰਨ ਵਰਡ ਰੇਸ ਵਾਸਤੇ ਯੂਜ਼ ਕੀਤਾ ਗਿਆ। ਦ ਫਿਲਮ ਵਿਲ ਰਨ ਐਟ ਲੀਸਟ 6 weeks, ਕੰਟੀਨਿਊਏਸ਼ਨ ਵਾਸਤੇ ਯੂਜ਼ ਕੀਤਾ ਕਿ ਲਗਾਤਾਰ ਚੱਲਦੀ ਰਹੇਗੀ ਫਿਲਮ, 6 ਹਫ਼ਤੇ ਚੱਲੇਗੀ। Sumit runs from one class to another to find his English teacher. ਇੱਥੇ runs ਦਾ ਮਤਲਬ ਹੈ ਜਲਦਬਾਜ਼ੀ ਕਰਦਾ, ਭੱਜਦਾ, ਜਲਦੀ ਨਾਲ ਜਾ ਰਿਹਾ, hurries. So run here means hurries. His father runs 2 businesses. ਇੱਥੇ runs ਮਤਲਬ manage ਹੈ। Trains often run late in winter
तो here run means travel. Tears were running down her cheeks. आंसू ਦੇ ਚਿਹਰੇ ਤੋਂ ਥੱਲੇ ਜਾ ਰਹੇ ਸਨ. Flowing, ਇੱਥੇ run ਦਾ ਮਤਲਬ flowing ਹੈ. I can't run a car on my small salary. ਥੋੜੀ ਤਨਖਾਹ ਤੇ ਮੈਂ ਕਾਰ ਨਹੀਂ ਲੈ ਸਕਦਾ. तो I can't run a car, ਇੱਥੇ run ਹੈ ਮਤਲਬ afford ਆ ਗਿਆ. ਸੀ तो ਇੱਥੋਂ ਮੈਂ ਇਹ ਜਿਹੜੀ ਗੱਲ ਕੀਤੀ ਸੀ ਪਾਰਟਸ ਆਫ ਸਪੀਚ ਦੀ, ਤੇ ਉਹ ਇੱਥੇ ਇਹਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਯੂਜ਼ ਹੈ. ਕੋਈ ਵਰਡ ਐਜ਼ ਅ ਨਾਊਨ ਯੂਜ਼ ਹੋ ਰਿਹਾ, ਐਜ਼ ਅ ਵਰਬ ਯੂਜ਼ ਹੋ ਰਿਹਾ, ਐਜ਼ ਐਨ ਐਡਜੈਕਟਿਵ ਯੂਜ਼ ਹੋ ਰਿਹਾ. ਤਾਂ ਡਿਫਰੈਂਟ ਕੰਟੈਕਸਟ ਵਿੱਚ ਸ਼ਬਦਾਂ ਦਾ ਮੀਨਿੰਗ ਬਦਲਦਾ ਹੈ. ਤਾਂ ਵਰਡਸ ਨੂੰ ਤੁਸੀਂ ਜਦੋਂ ਸਿੱਖਣਾ ਉੱਪਰੋਂ ਨਾ ਕਦੀ ਸਿੱਖਿਓ. ਵਰਡ ਜਦੋਂ ਸਿੱਖਣੇ ਹੋਣ ਤਾਂ ਦਿਲੋਂ ਸਿੱਖਿਓ. ਔਰ ਜਦੋਂ ਵੀ ਤੁਸੀਂ ਲਿਖਣਾ ਹੈ ਜਾਂ ਬੋਲਣਾ ਹੈ, ਕੁਛ ਟੂਲਸ ਵੋਕੈਬਲਰੀ ਦੇ ਜਿਹੜੇ ਨਾਲ ਹੋਣੇ ਚਾਹੀਦੇ ਆ. ਤੇ ਮੈਂ ਤੁਹਾਨੂੰ ਕੁਛ ਟੂਲਸ ਤਾਂ ਬਹੁਤ ਸਾਰੇ ਆ, ਪਰ ਮੈਂ ਇੱਥੇ ਸਿਰਫ 7 ਕੁ ਟੂਲਸ ਦੀ ਗੱਲ ਕਰਾਂਗਾ, ਜਿਹਦੇ 'ਚ ਫਰੇਜ਼ਲ ਵਰਬਸ ਹੈ, ਈਡੀਅਮਸ, ਫਰੇਜ਼ਸ ਹੈ, ਸਿਨੋਨਿਮਸ ਹੈ, ਵਨ ਵਰਡ ਸਬਸਟੀਟਿਊਟਸ, ਪੇਅਰ ਆਫ ਵਰਡਸ ਜਾਂ ਫਿਰ ਕਨਫਿਊਜ਼ਿੰਗ ਵਰਡਸ, ਮੈਂ ਇਹਨਾਂ ਦੋਨੋਂ ਇਕੱਠੇ ਲੈ ਕੇ ਚੱਲੂੰਗਾ, ਔਰ ਪ੍ਰੋਵਰਬਸ. ਇਹਦੇ ਨਾਲ ਹੋਰ ਵੀ ਐਸਪੈਕਟਸ ਹੈਗੇ ਵੋਕੈਬਲਰੀ ਦੇ, ਜਿਵੇਂ ਹੋਮੋਫੋਨਸ ਹੈ, ਹੋਮੋਨੀਅਮਸ ਹੈ, ਪੈਰੋਨੀਅਮਸ ਹੈ, ਪੈਲਿੰਡਰੋਮਸ ਹੈ, ਪਰ ਆਪਾਂ ਇਸ ਲੈਵਲ 'ਤੇ ਜੋ ਗੱਲ ਨਹੀਂ ਕਰਦੇ. ਸੋ ਮੈਂ ਇੱਕ ਬਰੀਫਲੀ ਤੁਹਾਨੂੰ ਇੱਕ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਵੋਕੈਬਲਰੀ ਕਰਨੀ ਹੈ ਬੇਟਾ, ਤਾਂ ਇਹ ਟੇਕ ਆਲ ਥੀਸ ਟੂਲਸ ਵਿਦ ਯੂ. ਤੁਹਾਨੂੰ ਫਰੇਜ਼ਲ ਵਰਬਸ ਪਤਾ ਹੋਣੇ ਚਾਹੀਦੀ ਹੈ, ਤੁਹਾਨੂੰ ਈਡੀਅਮਸ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਤੁਹਾਡੇ ਸਿਨੋਨੀਅਮਸ ਪੱਕੇ ਹੋਣੇ ਚਾਹੀਦੇ ਆ, ਤੁਹਾਨੂੰ ਵਨ ਵਰਡ ਸਬਸਟੀਟਿਊਟਸ ਬਾਰੇ ਪਤਾ ਹੋਣਾ ਚਾਹੀਦਾ ਹੈ, पेयर ऑफ वर्ड्स या कन्फ्यूजिंग वर्ड्स बारे जानकारी होनी चाहिए. प्रोवर्ब्स ऑफ कोर्स दे आर वेरी हैंडी व्हेन यू वांट टू राइट समथिंग एंड दे मेक योर लैंग्वेज ऑर्नामेंटल. थोड़ी भाषा बड़ी सोहनी बना देंगे कि चाहे ईडियम्स होन या फिर प्रोवर्ब्स होन. तो फस्ट लड़ी दे विच मैं फ्रेजल वर्ब्स की गल करांगा. हुण कुछ कहणगे भी फ्रेजल वर्ब्स तो सर तुसीं आपां इनफॉर्मल लैंग्वेज च यूज़ हुंदे आ, आपां स्पोकन च ज़्यादा यूज़ करदे आ. वाई आर यू पुटिंग इट हेयर, इत्थे क्यों लै आंदे? So they are important because they are extremely common in informal language. Of course मैं हुणे गल कीती है, लेकिन इन्हां मीनिंग नाल फैमिलियर होना बड़ा जरूरी है. अदरवाइज लैंग्वेज चाहे इनफॉर्मल है, क्योंकि इनफॉर्मल लैंग्वेज आप लैटर्स भी यूज़ करते हैं, इनफॉर्मल लैंग्वेज तुहाडे चैप्टर्स भी हैगी कई लैसन दे विच. सो आई बिलीव कि तुहानूं फ्रेजल वर्ब्स बारे थोड़े एक रेफरेंसिस दे रहे हैं मैं हुण, क्योंकि ये जिहड़े एस्पैक्ट्स दस्से वोकैबलरी दे, ਇਹਨਾਂ ਸਾਰਿਆਂ ਦਾ ਹੀ ਇੱਕ ਲੈਸਨ ਸੈਪਰੇਟਲੀ ਜਿਹੜਾ ਹੈਗਾ ਪ੍ਰਿਪੇਅਰ ਹੋ ਸਕਦਾ. ਇੱਕ ਲੈਕਚਰ ਪੂਰਾ ਇਹਨਾਂ ਨੂੰ ਅਲੱਗ-ਅਲੱਗ ਚਾਹੀਦਾ. ਬਟ ਆਈ ਐਮ ਜਸਟ ਗਿਵਿੰਗ ਯੂ ਟੱਚ ਸੋ ਦੈਟ ਯੂ ਕੈਨ ਅੰਡਰਸਟੈਂਡ ਕਿ ਹਾਂ ਵੀ ਇਹ ਸਾਰੀਆਂ ਚੀਜ਼ਾਂ ਮੈਂ ਰਾਈਟਿੰਗ ਵੇਲੇ ਆਈ ਹੈਵ ਟੂ ਕੀਪ ਇਨ ਮਾਈਂਡ, ਮੈਂ ਧਿਆਨ ਵਿੱਚ ਰੱਖਣੀ ਹੈ. ਫਰੇਜ਼ਲ ਵਰਬਸ ਨੂੰ ਧਿਆਨ ਨਾਲ ਯੂਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਕੈਜੂਅਲ ਕਨਵਰਸੇਸ਼ਨ ਨੂੰ ਬੜਾ ਬਿਊਟੀਫੁਲ ਬਣਾਉਂਦੇ. ਆਪਾਂ ਪੰਜਾਬੀਆਂ ਨੂੰ ਆਦਤ ਹੈ ਕਿ we are all like that कि we have Punjabi as our mother tongue, ਤੇ ਸਾਡੀ ਭਾਸ਼ਾ ਮਾਤਰ ਭਾਸ਼ਾ ਪੰਜਾਬੀ ਹੈ. ਤੇ ਕਈ ਵਾਰੀ ਇੰਗਲਿਸ਼ ਵਿੱਚ ਕੋਈ ਚੀਜ਼ ਬਣਾਉਣੀ ਵੀ ਹੋਵੇ ਨਾ, ਤਾਂ ਆਪਾਂ ਪਹਿਲਾਂ ਪੰਜਾਬੀ 'ਚ ਸੋਚਦੇ ਹਾਂ ਤੇ ਫਿਰ ਉਹਨੂੰ ਇੰਗਲਿਸ਼ ਵਿੱਚ ਸੋਚਦੇ ਹਾਂ, ਤੇ ਕਈ ਵਾਰੀ ਇੰਗਲਿਸ਼ ਟੂ ਪੰਜਾਬੀ 'ਚ ਕਨਵਰਟ ਕਰਨ ਲੱਗਿਆ ਕਈ ਮਿਸਟੇਕਸ ਹੋ ਜਾਂਦੀਆਂ. ਹੁਣ ਮੈਂ ਕਹਿਣਾ ਹੋਵੇ ਮੈਨੂੰ ਇੰਗਲਿਸ਼ ਮਿਊਜ਼ਿਕ ਬੜਾ ਚੰਗਾ ਲੱਗਦਾ, ਮਿਊਜ਼ਿਕ ਬੜਾ ਚੰਗਾ ਲੱਗਦਾ, ਤੁਸੀਂ ਮੈਂ ਕਹਾਂਗਾ ਸੈਂਟੈਂਸ ਬਣਾਓ, ਤੁਸੀਂ ਕਹਿਣਾ ਵੀ ਆਈ ਇੰਜੋਏ ਮਿਊਜ਼ਿਕ. ਹੁਣ ਤੁਸੀਂ ਆਈ ਇੰਜੋਏ ਮਿਊਜ਼ਿਕ ਇੱਕ ਆਮ ਇੱਕ ਟਰਾਂਸਲੇਟਡ ਸੈਂਟੈਂਸ ਹੈ, ਲੇਕਿਨ ਅਗਰ ਇਹਨੂੰ ਫਰੇਜ਼ਲ ਵਰਬ ਦੇ ਨਾਲ ਯੂਜ਼ ਕਰਾਂ ਤਾਂ ਮੈਂ ਕਹਾਂਗਾ ਆਈ ਗੈਟ ਕਿਕ ਆਊਟ ਆਫ ਮਿਊਜ਼ਿਕ. ਆਈ ਇੰਜੋਏ ਮਿਊਜ਼ਿਕ ਕਹਿ ਨਾਲੋਂ ਆਈ ਗੈਟ ਕਿਕ ਆਊਟ ਆਫ ਮਿਊਜ਼ਿਕ ਜਦੋਂ ਕਹੋਗੇ ਜ਼ਿਆਦਾ ਇਨਫੋਰਮਲ ਹੈ. ਇਸ ਤਰ੍ਹਾਂ ਹੀ ਜਿਵੇਂ ਮੇਰਾ ਸਿਰ ਚਕਰਾ ਰਿਹਾ, ਇਹਦਾ ਟਰਾਂਸਲੇਸ਼ਨ ਕੀ ਕਰੋਗੇ? ਇਹ ਤਾਂ ਨਹੀਂ ਨਾ ਕਰ ਸਕਦੇ ਮਾਈ ਹੈਡ ਇਜ਼ ਈਟਿੰਗ ਸਰਕल्स, फॉर लिटरल ट्रांसलेशन नहीं चल रही. तो मैं ये कहूँगा कि मेरा सिर चकराया, आई एम फीलिंग डिजी. तो आप फीलिंग डिजी की है, अब फ्रेजल वर्ब है. अच्छा ये सड़क कित्थे जाती? हम नप्पा ये नहीं कहते वेयर इज दिस रोड गोइंग. अरे भाई वेयर डज दिस रोड लीड टू? सो फ्रेजल वर्ब्स दे नाल लैंग्वेज थोड़ी इनफॉर्मल होंदी है. इट लुक्स लाइक शायद तुसीं नेटिव स्पीकर की तरह गल कर सकते हो. और फ्रेजल वर्ब्स किद्दां बनदे? मैं आई वॉन्ट टू रिमाइंड यू कि तुहानूं पार्ट्स ऑफ स्पीच आते हैं तो फ्रेजल वर्ब्स वाले पासे आना सौखा होंदा है, क्योंकि जो फ्रेजल वर्ब है वर्ब का ही बनया है, लेकिन ये जो एडवर्ब और प्रपोजिशन लग जाती है तो एक नवा मीनिंग ले लेंदा है. और जो जो वर्ब के नाल प्रपोजिशन या एडवर्ब्स चेंज हो जाते हैं, इसका मीनिंग चेंज हो जाता है.
तो एक एग्जाम्पल देने होने हैं कि कई बार स्टूडेंट्स गल्लां कर रहे हैं तो टीचर्स ने कहना बई चुप हो जाओ भी प्रिंसीपल लंघदा पिया। तो ही सेज बी क्वाइट स्टूडेंट्स, द प्रिंसीपल हैज़ जस्ट पासड अवे। लो जी, तो उन्हें पास दे नाल अवे लगा के सारा लैंग्वेज स्ट्रक्चर ही खराब करता। एंड यू नो कि पासड अवे का मतलब की होंदा। तो कहना उन्होंने चाहिए सी कि बी क्वाइट स्टूडेंट्स, द प्रिंसीपल हैज़ जस्ट पासड बाय। तो कहना है भी प्रिंसीपल हैज़ जस्ट पासड अवे, उन तो मार ही छड्डिया। तो यदा बड़ा एक ध्यान यूज करने पैंदे है। देखो मैं एक वर्ड लिया, वर्ब लिया, तो वर्ब के नाल जो प्रपोजिशन चेंज हो जाती है, मीनिंग चेंज हो जाता। सी एक फ्रेजल वर्ब ले लिया मैं गो, जो गो के नाल थ्रू लगाना तो यदा मतलब ये होंदा भी एक पासे तो दूसरे पासे तक। द ट्रेन वेंट डाउन थ्रू द टनल। जो गो के नाल डाउन लगा देना दैट मीन कोई चीज़ का डिगना होंदा, फॉल डाउन। द बॉक्सर वेंट डाउन इन द सेकंड राउंड। कि मुक्केबाज नूं जमीन ते डिग पिया जदों उहनूं मुक्का वज्जा था, आफ्टर ए ब्लो टू द चिन। गो दे नाल फॉल लगावांगा किसी की कोशिश करनी होंदी, ट्राई समथिंग, अटैम्प्ट समथिंग। गो फॉरवर्ड मीनस मूव क्लॉक्स अराउंड, भाई जल्दी जल्द कम करने, कोई जल्दबाजी करनी। गो फॉरवर्ड मैंने आप कहने गो फॉरवर्ड, कम कर ला तू, नो ऑब्जेक्शंस। गो इनटू मैंने गेट इन्वॉल्वड इन समथिंग, टू इन्वेस्टिगेट समथिंग, किसी चीज़ की पूछताछ करनी। कई बार प्रिंसीपल को कोई चीज़ साइन कराना आते हैं, कहते साइन कर दो जी। वो कहता मैनू अपनी ये समरी दस दे, आई डोंट वांट टू गो इन टू डिटेल्स, मैनू डिटेल्स नहीं चाहिए, जस्ट टेल मी द समरी। आई डोंट वांट टू गो इन टू, तो गो इन टू वर्ड फ्रेज बन गया। तो गो ऑफ, दिवाली आ रही है तो कोई अचानक आप हमेशा वार्निंग्स दी जाती, सो बी केयरफुल अबाउट द क्रैकर्स, दे गो ऑफ अनोइंगली, एवं जने फट जाते हैं। तो गो ऑफ मैंने एक्सप्लोड। द बॉम्ब वेंट ऑफ राइट आफ्टर द प्रेजिडेंट लेफ्ट हिज ऑफिस। राष्ट्रपति के जान तो बाद बम फट गया। सो गो ऑन मैन कंटिन्यू। गो ऑन मीन्स द मीटिंग सीम टू गो ऑन फॉर एवर, इदा लग रहा सी मीटिंग खत्म ही नहीं होगी, चली ही जाएगी। और गो आउट मैंने पता ही है कि बाहर निकल जाना, तो ही वेंट आउट ऑफ द बिल्डिंग, बिल्डिंग तो बाहर चला गया। एक एग्जाम्पल हो देख लो गैट दी। जो गैट के नाल आपां अलॉन्ग लगाने तो गैट अलॉन्ग का मतलब है मेरा रिश्ता बड़ा अच्छा है, मैं दोस्ती है। तेरा तेरे कज़न के नाल किस तरह रिश्ता है, वी गेट अलॉन्ग वेरी वेल, असीं बड़े वधिया आपस में रहने। गेट डाउन हुंदा है कि हुण नवंबर आ गया, अक्टूबर आ गया, यू शुड गेट डाउन टू रियल स्टडी, तुहानूं थोड़ा ध्यान दे नाल पढ़ना चाहिए है। सो यू शुड गिव सीरियस अटेंशन, गेट डाउन टू वर्क। गेट अहेड, अगे वधना, मैं कैरियर दे विच अगे वधना चाहना, आई वॉन्ट टू गेट अहेड इन द कैरियर। So get over means to overcome. How would you overcome this problem? So how will you get over this problem? Because their mother death हुई है and she is not feeling fine, but she will get over it. पर ठीक हो जाएगी. So get around means I move a lot of places. बहुत सारी जगह ते घूमना फिरदा ते कई जन बंदे places traveling बहुत ज़्यादा करते हैं, फिर आके कहते होंगे यार आई गेट अराउंड ए लॉट, मेरी जी जॉब है ना, तो इस जॉब के मैं घूमन फिरन बड़ा मिलता है, तो इन माई जॉब आई गेट अराउंड ए लॉट। गेट थ्रू किसी नाल फोन के नाल गल दे उत्ते कनैक्शन करना, गल करनी। प्लीज़ गेट थ्रू टू हर, आई ट्राई टू कॉल हर बट कुडंट गेट थ्रू, मैं उन्होंने फोन करने की कोशिश की पर मिलिया नहीं, बट कुडंट गेट थ्रू मैंने मिलिया नहीं। तो गेट डाउन मीन्स Get somebody down means to make somebody sad, किसी को उदास कर देना। यार मेरा काम है ना, it makes me sad. My work sometimes lot of work gets me down. कई बारी बहुत सारा काम मैंने उदास कर देता है। So get away means to escape. आजकल हॉलीडेज जड़ी टिकट्स बुक करते हैं तो लिखते हैं गेटवेज स्टेशंस, कित्थे जाना तुसी, कित्थे escape करनी, अपनी रूटीन तो तंग आ गए हो, you want to get away to some place. What is your getaway place? So get across. मेरी गल तुहानूं समझ आ रही है? Are you understanding? Are you getting across what I am saying?
जो मैं कह रहा तुसीं समझ रहे हो। सो गेट आउट मीन्स टू बिकम नोन। आई डोंट वांट टू गेट आउट दैट आई एम लिविंग, और गेट अलोंग ਦੇ ਬਾਰੇ ਤਾਂ ਗੱਲ ਹੀ ਕਰ ਚੁੱਕੇ ਹਾਂ। और लास्ट एक टैलीफोन फ्रेजेस बारे में दसदा। इस तरह ना फ्रेजल वर्ब्स अलग अलग सिचुएशन ਦੇ ਹੁੰਦੇ। ਮੈਂ ਇੱਕ ਸਿਰਫ एग्जांपल ਦੇਣ ਵਾਸਤੇ ਦੱਸਿਆ ਕਿ ਤੁਸੀਂ ਜਲਦੀ ਨਾਲ ਕੁਝ फ्रेजल वर्ब ਸਿੱਖਣੇ ਹੋ ਨਾ ਤੇ ਇਦਾਂ ਦੀਆਂ ਸਲਾਈਡਸ ਤੁਹਾਡੇ ਗੂਗਲ ਤੇ ਵੀ ਹੈਗੀਆਂ। ਇੱਕ ਪਿੰਟਰੈਸਟ ਸਾਈਟ ਹੈਗੀ, ਤੁਸੀਂ ਨਾ ਇੱਧਰ ਉੱਧਰ ਦੀ ਐਪਲੀਕੇਸ਼ਨਸ ਡਾਊਨਲੋਡ ਕਰਨ ਨਾਲੋਂ ਪਿੰਟਰੈਸਟ ਕਰ ਲਓ ਉਹਦੇ 'ਚ, ਤਾਂ ਉਹਦੇ ਤੁਹਾਨੂੰ ਇੱਦਾਂ ਦੀਆਂ ਸਲਾਈਡਸ ਬੜੀਆਂ ਮਿਲ ਜਾਣਗੀਆਂ। तो ਜਿਵੇਂ ਹੁਣ ਟੈਲੀਫੋਨ ਵਾਲੀ ਮੈਂ ਦੱਸੀ ਇਹਦਾ ਹੀ, ਮਾਰਕੀਟ ਜਾਣਾ ਹੈ ਤੇ ਕਿਹੜੇ ਫਰੇਜ਼ਸ ਯੂਜ਼ ਕਰਨੇ ਆ, ਬੈਂਕ ਜਾਣਾ ਤੇ ਕਿਹੜੇ ਫਰੇਜ਼ਸ ਯੂਜ਼ ਕਰਨੇ ਆ, ਐਂਡ ਇਫ ਯੂ ਆਰ ਵਾਂਟ ਟੂ ਗੋ ਟੂ ਅ ਡਾਕਟਰ ਤਾਂ ਡਾਕਟਰ ਦੇ ਕੋਲ ਕਿਹੜੇ ਫਰੇਜ਼ਸ ਯੂਜ਼ ਕਰੀਦੇ ਆ। ਤਾਂ ਫਰੇਜ਼ਸ ਦੀ ਇਸ ਤਰ੍ਹਾਂ ਸਲਾਈਡਸ ਮਿਲ ਜਾਂਦੀਆਂ। ਤਾਂ ਜਿਹੜੇ ਕੁਇਕ ਯੂਜ਼ ਹੋਣ ਵਾਲੇ ਫਰੇਜ਼ਸ ਹੈ ਨਾ ਉਹ ਤੁਸੀਂ ਉੱਥੋਂ ਐਕਸੈਸ ਕਰ ਸਕਦੇ ਹੋ। ਸੋ ਟੈਲੀਫੋਨ ਫਰੇਜ਼ਸ ਪਿਕਅਪ ਹੁੰਦਾ ਹੈ ਕਿ ਕਿਸੇ ਦੇ फ़ोन ਨੂੰ ਆਨਸਰ ਕਰਨਾ। ਪਿਕਅਪ, आई पिक्ड अप द फ़ोन। स्पीक अप, मैंने थोड़ा ऊंची बोलना। आई कैन नॉट अंडरस्टैंड यू, प्लीज़ स्पीक अप, थोड़ा ऊंची बोलो। गेट थ्रू, मैंने फ़ोन के नाल कनैक्शन करना। हैंग ऑन, मैंने यार रुक जा थोड़ी देर वास्ते, वेट कर लै। कोई कहता है मम्मी नूं बुला दो, फोन आता तुहानूं किसी का, एंड योर मौसी सेज कॉल योर मॉम, तो तुसीं फिर कहंदे भी मासी रुक जाओ 2 मिनट, मैं बुलानी हाँ। तुहानूं रुक जाओ 2 मिनट नूं कहंदे हैंग ऑन, तो हैंग ऑन आंटी, तो उन्होंने हैंग ऑन कह सकते। तो अगर नहीं है तो उनका कह दो भी मॉम इज़ बिजी, शी विल कॉल बैक, तो कॉल बैक कर लेंगे, वापस कॉल कर लेंगे, रिटर्न कर लेंगे, शी विल रिटर्न अ कॉल। और ब्रेकअप मीन्स कई बार कन्वर्सेशन कर रहे होंगे हो तो समटाइम्स यू कैनॉट अंडरस्टैंड, यू कैनॉट लिसन बिकॉज देयर इज सम नेटवर्क प्रॉब्लम इज देयर, सो द कन्वर्सेशन ब्रेकअप, so that is why so hold on means or hang on या hold on एक कोई गल है। तो hang on अमेरिकन है, hold on ब्रिटिश है। so put through भी किसी होर ना गल करनी, put to connect by phone with someone else, और hang up इन्हें की थे फ़ोन बंद कर लेना, और cut off अचानक कन्वर्सेशन जो बंद हो जाए। so these were all phrasal verbs. now we'll talk about idioms. so I'm just giving a brief reference. so I told you कि हर एक टॉपिक एक इन्ना वड्डा टॉपिक है कि ਇਹਦੇ ਤੇ ਇੱਕ ਵੀਕਸ ਵੀ ਲੱਗ ਸਕਦੇ ਆ। I mean, you want to go through phrasal verbs, they will take a lot of time, a lot of days, but you don't need to go through all। ਕੁਝ ਸੈੱਟ ਲੈ ਲੈਣਾ ਚਾਹੀਦਾ ਜਿਹੜਾ ਤੁਹਾਡੀ ਯੂਜ਼ੇਜ ਵਾਸਤੇ ਹੈਗਾ, because you are not in college, if you are going for GRE and further exams and तो फिर थोड़ा उदों देख लियो, बट फिलहाल एट योर लैवल थोड़े थोड़े सैट देख लो। तो सैकेंड जो राइटिंग एक होर चीज़ बड़ी इंपॉर्टेंट है, ईडियम्स है। हुण एक कन्वर्सेशन दी आगे मैंने कन्वर्सेशन, एंड एनीबॉडी हू डजंट नो ईडियम्स विल नॉट बी एबल टू अंडरस्टैंड के व्हाट दीज आर। दैट मनप्रीत इज रियली अ चिप ऑफ द सेम ब्लॉक, वेल द एप्पल डजंट फॉल फ्रॉम ए ट्री। हुण ये दो बंदे च गल हो रही है, वो कह रहा है भी मनप्रीत जो अपने प्यो वर्गा ही है, लेकिन वो वास्ते उन्हें गल कही है चिप ऑफ द सेम ब्लॉक, एंड दैट एप्पल डजंट फॉल फ्रॉम ए ट्री, मतलब कोई एवं ही नहीं बन जाता, कोई ना कोई लिंक किते दा हुंदा। वो जो फिर विचों कहता है भी मेरा पिज़्ज़ा ओवन च रह गया, और कहता यू बैटर स्ट्राइक वाइल द आयरन इज हॉट, कि जदों काम करने वाला उदों कर लेना चाहिए है, तो जाके तू अपना पिज़्ज़ा निकाल लिया। और फिर लास्ट वो कहता है कन्वर्सेशन बनाने की खातिर ही दिता है उन्हें कि आई हेट टू वेस्ट मनी इन बाइंग अ पिज़्ज़ा बिकॉज आई कैन मेक माई सेल्फ, मैं पिज़्ज़े घर बना लेना, इस वास्ते पैसे नहीं वेस्ट करता। क्यों? अ पेनी सेव्ड इज़ पेनी अर्नड, पैसे बचाना बड़ा ही चंगा काम है। सो ईडियम्स आर द कैट्स म्यू। एक कहोगे एक ही मतलब होया, कैट दी साउंड की होंदी म्यू, लेकिन इतने फ्रेज वरत्या कैट्स म्यू का मतलब है दे आर वेरी फैंसी, दे आर वेरी मच इन यूज, दे आर वेरी मच इन फैशन, so are very common that throughout the English language to ignore them is to miss out on a large number of interpretations। ਆਪਾਂ इन्नियां interpretations नहीं देना कर सकते। so इस वास्ते क्योंकि idioms make your mind shift from reality to imagination, they keep your mind stimulated। तो idioms ਨੂੰ ਸਮਝਣ ਦੇ ਨਾਲ ਤੁਹਾਨੂੰ लैंग्वेज की समझ ज़्यादा आएगी। और फंक्शन इन्हों का क्यों है, ईडियम्स इन्ने इंपॉर्टेंट क्यों है, क्योंकि अपने राइटर्स, पब्लिक स्पीकर्स, अच्छे टीचर्स दे मेक अ वास्ट यूज़ ऑफ ईडियम्स, वो बड़ा इस्तेमाल करते हैं। क्योंकि ईडियम्स जो तुम लैंग्वेज वरत लेंदे हो ना, तुसीं कैसे लिखा
ਐਸੇ ਦੇ ਵਿੱਚ ਜੇ ਤੁਸੀਂ 2-3 ਈਡੀਅਮਸ ਯੂਜ਼ ਕਰ ਲਏ ਤਾਂ ਡੈਫੀਨਿਟਲੀ ਤੁਹਾਡਾ ਐਸੇ ਦੇ ਨੰਬਰ ਜ਼ਿਆਦਾ ਆਉਣਗੇ। ਲੈਂਗੁਏਜ ਨੂੰ ਰਿਚ ਬਣਾਉਂਦੇ ਆ, ਲੈਂਗੁਏਜ ਨੂੰ ਸਪਾਈਸੀਅਰ ਬਣਾਉਂਦੇ ਆ। ਔਰ not only do idioms help in making the language beautiful, they also make things better। और कोई भी गल कहनी होवे उन्हें बेटर तरीके नाल कही जा सकती। हुण किसी ने कहना होवे कि वो अपनी हैल्थ प्रॉब्लम के बावजूद भी ठीक ठाक रहिंदा है तो आपां कहंदे यार हाउ आर यू, किस तरह की हाल है, बुखार हो गया सी तैनूं, ओ यार आई एम अलाइव एंड किकिंग, मैं ठीक हाँ। एज पेल एज ए गोस्ट, ये भी ईडीएम है। ਇਹਦਾ ਪਿੱਛੇ ਡੇਂਗੀ ਹੋਇਆ, ਡੇਂਗੂ ਹੋਇਆ ਜਿਹਨੂੰ ਤੁਸੀਂ ਕਹਿੰਦੇ ਹੋ, ਸੈੱਲ ਘਟ ਗਏ ਤਾਂ ਮੂੰਹ ਪੀਲਾ ਪੈ ਗਿਆ, ਤਾਂ ਆਪਾਂ ਕਹਿ ਸਕਦੇ ਹਾਂ ਯਾਰ ਲੁਕਿੰਗ ਐਜ਼ ਪੀਲ ਐਜ਼ ਏ ਗੋਸਟ, ਕਿਸੇ ਭੂਤ ਦੀ ਤਰ੍ਹਾਂ ਲੱਗਦਾ ਪਿਆ ਪੀਲਾ। ਐਂਡ ਇਫ ਸਮਬਡੀ ਇਜ਼ ਅ ਵੈਰੀ ਓਲਡ ਪਰਸਨ ਐਜ਼ ਐਗਜ਼ੌਸਟਡ ਇਜ਼ ਏਜ ਐਂਡ ਇਜ਼ ਨੀਅਰ ਡੈਥ ਬੈਡ, ਸੋ ਸਮਬਡੀ ਆਸ ਕਿ ਕਿਸ ਤਰ੍ਹਾਂ ਹੈਗੇ ਬਜ਼ੁਰਗਾਂ ਦਾ ਕੀ ਹਾਲ ਹੈ, ਫਿਰ ਆਪਾਂ ਕਹਿ ਦਿੰਦੇ ਹਾਂ ਵੀ ਹੀ ਇਜ਼ ਐਟ ਡੈਥਸ ਡੋਰ। ਔਰ ਜਦੋਂ ਠੀਕ ਹੋ ਜਾਂਦੇ ਹੋ ਹਸਪੀਟਲ ਤੋਂ ਫਿਰ ਕਹਿ ਦਿੰਦੇ ਆ ਵੀ क्योंकि ये सारे जोड़े रिलेटेड है ईडियम्स पाए हैल्थ नाल रिलेटेड है, तो फिर तुम सोच रहे हो कि सारे ज़्यादा हैल्थ की गल क्यों कर रहे हैं। तो ये भी एक टॉपिक जो चुन के मैं उसकी स्लाइड जी लै ली, तो ये सिर्फ हैल्थ नाल रिलेटेड ईडियम्स है। तो अगर तुम फिजिकली फिट है हो, तुम कह दें आई एम बैक ऑन माई फीट, आई वॉज हैविंग फीवर लास्ट वीक, पिछले हफ्ते बुखार से और मैं ठीक हो गया। और बिल्कुल ठीक हो जाने तो बाद कहते हाउ यू फीलिंग, आई एम फीलिंग ऑन टॉप ऑफ द वर्ल्ड, बहुत मैं सेहत मेरी ठीक है। और अगर लगे कोई किसी को सर्जरी होनी है तो फिर अगला मुँह लटका के कहता यार डॉक्टर हैज़ एडवाइज्ड मी कि मैनू आई हैव टू गो अंडर द नाइफ, कि मैनू सर्जरी करवानी पैनी है, आई विल हैव टू गो अंडर द नाइफ। सो इफ यू आर लुकिंग सिक, कैन यू कैन ग्रीन अराउंड द गिल्स। ईच ईडियम हैज़ अ सोर्स, हर एक ईडियम का कितों ना कितों सोर्स है, कितों कनैक्शन है। हुण गिल्स किहदियां आउंदियां, फिश दी आउंदी है। और जो फिश बीमार होती है तुम ये गिल्स के आस पास अंदाज़ा ला सकते हो कि ये बीमार है। कई बार वो ज़्यादा रैड हो जाती है गिल्स, या फिर वो गिल्स के आस पास थोड़ा ग्रीनिश कलर आ जाता है, पेल वाइट टाइप हो जाता है। सो वैन समबडी से यू आर लुकिंग ग्रीन अराउंड द गिल्स, दैट मीनस तुम बीमार लग रहे हो। एंड सिक एज ए डॉग, समबडी कॉल्स यू, तुहानूं वायरल होया, तुसीं उठ नहीं सकते, एंड some of your friends say come फुटबॉल खेलना चलते हैं, तुम कह दो नहीं यार आई एम सिक एज ए डॉग, सो आई कैनट गो आउट, आई एम एक्सट्रीमली सिक। और लास्ट के भी कह सकते हो नहीं अच्छा फील कर रहा, सो आई एम अंडर द वैदर। तो इस तरह अपीयरेंस बारे है, किसी की लोग जिस तरह दिसते हैं या दिखावा करते हैं, या लुक्स बारे कोई गल करनी हो तो वो वास्ते अलग ईडियम्स है। तो यू कैन से if somebody is old like 40-50 साल तो ऊपर हो गया तो I'm not a spring chicken anymore, I'm no longer young, तो all fur coat and निक्कर दोनों superficially attractive है, सिर्फ ऊपरों ही मतलब attractive लग रहा है। और इसी तरह ही ये नाल दा मिलदा जुलदा एक होर ईडियम है ब्यूटी इज़ ओनली स्किन डीप, कि किसी नूं सुंदरता के बेस के उत्ते जज नहीं करना चाहिए, इंटरनल क्वालिटीज़ भी कोई चीज़ होती है। और जो कोई पग वगैरह बन के शेव करा के ठीक ठाक लग के आ जाता, आप कहने यू हैव क्लीनड अप नाइसली। और दो जने आपस में इक्को जे लगते हो तो आप कहते यार यार यू आर डेड रिंगर, दो भैन या दो भरा है, शक्ल मिलती है तो इदा लगता है कि एक दूजे डुप्लीकेट है या फिर उन्होंने अपीयरेंस सेम है। फिर आप कहते यार ही लुक्स लाइक यू डेड रिंगर। और ये भी एक इतिहास है डेड रिंगर का भी। तो ये हर एक ईडियम या वर्ड दे एटिमोलॉजिकल मीनस ओरिजिन कितों होया है वो बारे भी जानना बड़ा अच्छा होता है। सो नैक्सट वर्ड है डोंट जज ए बुक बाय इट्स कवर, भी दिखावे तो नहीं चाहिए होंदा, किताबां दे कवर देख के नहीं देख ली नावल चंगा होएगा, बंदे नूं बाहरों सोहना देख के ना जज कर लेना चाहिए कि अंदरों किदां दा हैगा। अगर कोई बहुत सोहना लगता हो यार यू लुकिंग ए नॉक आउट, यू आर ए नॉक आउट, शी इज समबडी हू इज एन एक्सट्रीमली ब्यूटीफुल वुमन, तो गॉर्जियस कह देंगे कुछ कह देंगे, लेकिन अगर इडियम्स इडियोमैटिक कहना हो तो शी इज़ अ नॉकआउट कह देंगे। और अगर तुम मेकअप कर लेंदे हो तो फिर आप कहते हैं यू पुटिंग योर फेस ऑन, यू पुट योर फेस ऑन, तुम मेकअप किया। एंड कई बार इदा होंदा भी कपड़े पाए रह जाते हैं तो फंक्शन तो बंदा रह जाता है,
ਫਿਰ ਆਪਾਂ ਕਹਿੰਦੇ ਯਾਰ ਆਈ ਐਮ ਆਲ ਡਰੈਸਡ ਅਪ ਐਂਡ ਨੋਵੇਅਰ ਟੂ ਗੋ, ਕੱਪੜੇ ਤਾਂ ਪਾ ਲਏ, ਹੁਣ ਜਾਣਾ ਜੂਣਾ ਕਿਤੇ ਹੈ ਨਹੀਂ। ਤਾਂ ਤੀਸਰੇ ਨੰਬਰ ਤੇ ਪ੍ਰੋਵਰਬਸ ਹੈ। ਇੱਕ ਹੀ ਚੀਜ਼ ਹੈਗੀ ਹੈ ਵਾਈਜ਼ ਸੇਇੰਗਸ, ਜ਼ਿੰਦਗੀ ਦੇ ਬਾਰੇ ਕੁਝ ਸੱਚੇ ਆਪਣੇ ਸਿਆਣਿਆਂ ਨੇ ਕੱਢੇ ਹੋਏ ਤੱਤ ਕੱਢੇ ਹੋਏ ਆ, ਇਹਨਾਂ ਨੂੰ ਜੈਮਸ ਆਫ ਵਿਜ਼ਡਮ ਕਹਿੰਦੇ ਆ। ਔਰ ਇਹਨਾਂ ਦੀ ਬਹੁਤ ਲਿਸਟ ਹੁੰਦੀ ਆ, ਮੈਂ ਸਿਰਫ ਇੱਕ ਰੈਫਰੈਂਸ ਦੇਣ ਵਾਸਤੇ ਰੱਖਿਆ ਕਿ ਭਾਈ ਜਦੋਂ ਤੁਸੀਂ ਇਹ ਐਸੇਜ਼ ਜਾਂ ਲੈਟਰਸ ਜਾਂ ਆਪਣੇ ਕੁਝ ਵੀ ਲਿਖਣੇ ਹੋਣ ਜਾਂ ਪ੍ਰੈਜੈਂਟੇਸ਼ਨ ਦੇਣੀ ਹੈ, ਪ੍ਰੋਵਰਬਸ ਜਾਂ ਇਡੀਅਮਸ ਦਾ ਯੂਜ਼ੇਜ ਜ਼ਰੂਰ ਰੱਖੋ। ਇਹ ਕਲਚਰਲੀ ਸਪੈਸੀਫਿਕ ਵੀ ਹੁੰਦੇ ਆ ਅਤੇ ਕਈ ਮੀਨਿੰਗ ਵੀ ਇਹਨਾਂ ਦਾ ਯੂਨੀਵਰਸਲ ਹੁੰਦਾ। ਮਤਲਬ ਕਿਆ ਹੁੰਦਾ ਹੈਗਾ, ਇੱਕ ਪ੍ਰੋਵਰਬ ਹੈਗਾ ਨਾਚ ਨਾ ਜਾਣੇ ਆਂਗਨ ਟੇੜਾ। ਤੋ ਇਹ ਇੰਡੀਆ ਦੇ ਵਿੱਚ ਆਪਾਂ ਇੱਦਾਂ ਕਹਿੰਦੇ ਹਾਂ, ਜੇ ਕਿਸੇ ਨੂੰ ਕੰਮ ਨਾ ਆਉਂਦਾ ਹੋਵੇ ਤਾਂ ਦੋਸ਼ ਦੂਜਿਆਂ ਦੇ ਕੱਢੀ ਜੇ। ਹੁਣ ਲੇਕਿਨ ਇਹੀ ਪ੍ਰੋਵਰਬ ਇੰਗਲੈਂਡ ਦੇ ਵਿੱਚ ਵੀ ਮਿਲਦਾ, ਅ ਬੈਡ ਵਰਕਮੈਨ ਕੁਆਰਲਸ ਵਿਦ ਹਿਜ਼ ਟੂਲਸ। ਐਕਸਪੀਰੀਅੰਸ ਤਾਂ ਜ਼ਿੰਦਗੀ ਦੇ ਸਾਰਿਆਂ ਦੇ ਇੱਕੋ ਜਿਹੀ ਹੈ ਨਾ। ਤੇ ਇਸ ਵਾਸਤੇ ਜੋ ਪੰਜਾਬੀ ਤੇ ਹਿੰਦੀ ਦਾ ਇੱਥੇ ਈਡੀਅਮ ਮਿਲੇਗਾ, ਪ੍ਰੋਵਰਬ ਮਿਲੇਗਾ, ਇਹਦਾ ਕਿਤੇ ਨਾ ਕਿਤੇ ਸਪੈਨਿਸ਼ ਜਾਂ ਇੰਗਲਿਸ਼ ਵਿੱਚ ਵੀ ਇਹਦਾ ਕੋਈ ਭਰਾ ਮਿਲੇਗਾ। ਸੋ ਇਸ ਵਾਸਤੇ ਇਫ ਯੂ ਰੀਅਲੀ ਵਾਂਟ ਟੂ ਟੇਕ ਯੂਰ ਇੰਗਲਿਸ਼ ਟੂ ਅ ਹਾਇਰ ਲੈਵਲ, ਆਪਣੀ ਇੰਗਲਿਸ਼ ਨੂੰ ਥੋੜ੍ਹਾ ਜ਼ਿਆਦਾ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ, ਨੇਟਿਵ ਸਪੀਕਰਸ ਦੀ ਤਰ੍ਹਾਂ ਬੋਲਣਾ, ਆਪਣੇ ਪ੍ਰੋਵਰਬਸ ਔਰ ਆਪਣੇ ਈਡੀਅਮਸ ਜ਼ਰੂਰ ਧਿਆਨ ਵਿੱਚ ਰੱਖਿਓ। ਔਰ ਇੰਗਲਿਸ਼ ਪ੍ਰੋਵਰਬਸ ਵਿੱਚੋਂ ਬੈਟਰ ਲੇਟ ਦੈਨ ਨੈਵਰ, ਦੈਟ ਇਜ਼ ਇਟ ਇਜ਼ ਬੈਟਰ ਟੂ ਅਰਾਈਵ ਲੇਟ ਦੈਨ ਨੈਵਰ ਟੂ ਅਰਾਈਵ ਐਟ ਆਲ। ਕਈ ਵਾਰੀ ਟ੍ਰੈਫਿਕ ਵਿੱਚ ਫਸ ਲੈਂਦੇ ਹੋ, ਜਲਦਬਾਜ਼ੀ ਕਰਦੇ ਹੋ, ਟ੍ਰੈਫਿਕ ਲਾਈਟਸ ਔਨ ਹੈਗੀਆਂ, ਤੁਸੀਂ ਜਲਦਬਾਜ਼ੀ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਕਰਕੇ ਕਹਿੰਦੇ ਆ ਭਾਈ ਠੀਕ ਹੈ, ਬੈਟਰ ਲੇਟ ਦੈਨ ਨੈਵਰ, ਨਾ ਪਹੁੰਚਣ ਨਾਲੋਂ ਦੇਰ ਚੰਗੀ, ਕਿਤੇ ਐਕਸੀਡੈਂਟ ਨਾ ਹੋ ਜਾਏ, ਤਾਂ ਬੈਟਰ ਲੇਟ ਦੈਨ ਨੈਵਰ। ਇਸ ਤਰ੍ਹਾਂ ਦੂਸਰਾ ਅਰਲੀ ਬਰਡ ਕੈਚਸ ਦਾ ਵਾਰਮ, ਜਿਹੜਾ ਬੰਦਾ ਪਹਿਲਾਂ ਕੰਮ ਸ਼ੁਰੂ ਕਰ ਲੈਂਦਾ ਹੈ ਜਲਦੀ ਖਤਮ ਕਰ ਲੈਂਦਾ ਹੈਗਾ, ਸਕਸੈਸ ਉਹਨੂੰ ਜਲਦੀ ਮਿਲਦੀ ਹੈ। ਕਈ ਸਕੀਮਸ ਹੁੰਦੀਆਂ ਅੱਜ ਕੱਲ੍ਹ ਮਾਰਕੀਟ ਵਿੱਚ, ਮਾਲਸ ਵਿੱਚ ਸਕੀਮ ਅਰਲੀ ਬਰਡ ਸਕੀਮਸ ਹੁੰਦੀਆਂ ਕਿ ਜਿਹੜਾ ਆ ਕੇ ਪਹਿਲਾਂ ਸਵੈਟਰ ਚੁੱਕ ਕੇ ਲੈ ਗਿਆ ਉਹਦੀ ਹੋ ਜਾਏਗੀ, ਉਹਨੂੰ ਮਤਲਬ ਮਿਲ ਜਾਏਗੀ ਘੱਟ ਰੇਟ ਵਿੱਚ। ਤੋ ਅਰਲੀ ਬਰਡ ਸਕੀਮਸ ਹੁੰਦੀਆਂ ਹੈਗੀਆਂ। ਲੇਕਿਨ ਅਰਲੀ ਬਰਡ ਕੈਚਸ ਦਾ ਵਾਰਮ ਦਾ ਮਤਲਬ ਇਹੀ ਹੈ ਕਿ ਜੇ ਤੁਸੀਂ ਆਪਣਾ ਕੰਮ ਜਲਦੀ ਸ਼ੁਰੂ ਕਰੋਗੇ ਤਾਂ ਜ਼ਿਆਦਾ ਸਕਸੈਸਫੁਲ ਹੋਵੋਗੇ। ਲੋਕ ਜਿਹੜੇ ਜਲਦੀ ਉੱਠਦੇ ਆ ਸਵੇਰੇ, ਉਹ ਦਿਨ ਦੇ ਕੰਮ ਜ਼ਿਆਦਾ ਨਿਪਟਾ ਲੈਂਦੇ ਹੈਗੇ। ਇਸ ਵਾਸਤੇ ਅਰਲੀ ਬਰਡਸ ਹੁੰਦੇ ਆ। ਕਈ ਵਾਰੀ ਕਿਸੇ ਨੂੰ ਕਹਿਣਾ ਹੋਵੇ ਕਿ ਕੋਈ ਗੱਲ ਕਹਿਣੀ ਚਾਹ ਰਿਹਾ, ਪਹਿਲਾਂ ਤੁਸੀਂ ਬਿਜ਼ੀ ਸੀ, ਤੁਸੀਂ ਸੁਣ ਨਹੀਂ ਰਹੇ ਸੀ, ਅਤੇ ਬਾਅਦ 'ਚੋਂ ਕਹਿੰਦੇ ਹੋ ਯਾਰ ਹੁਣ ਤੂੰ ਮੈਨੂੰ ਆਪਣੀ ਗੱਲ ਦੱਸ, ਆਈ ਐਮ ਆਲ ਈਅਰਸ, ਆਈ ਐਮ ਕੰਪਲੀਟਲੀ ready to understand what you want to say. So ਕਈ ਵਾਰੀ ਜ਼ਿਆਦਾ ਗੁੱਸਾ ਆ ਜਾਏ ਤਾਂ ਆਪਾਂ ਕਹਿੰਦੇ ਯਾਰ what happened, ਕੀ ਹੋਇਆ, ਕਿ you're blown your top, you are angry, you're losing control ਤੇਰਾ ਲੂਜ਼ ਹੋ ਗਿਆ। ਉਸ ਤੋਂ ਬਾਅਦ ਵਨ ਵਰਡ ਸਬਸਟੀਟਿਊਟਸ ਦੀ ਗੱਲ ਕਰ ਰਹੇ, ਮੈਂ ਇੱਕ ਰੈਫਰੈਂਸਿਸ ਦੇ ਰਿਹਾ। ਅੱਜ ਮੈਂ ਦੱਸਿਆ ਕਿ ਇਹਦੇ ਟੌਪਿਕਸ ਜਿਹੜੇ ਹੈਗੇ ਆ, ਪੂਰਾ ਲੈਕਚਰ ਇੱਕ ਚੀਜ਼ ਦੇ ਉੱਤੇ ਹੋ ਸਕਦਾ। ਵਨ ਵਰਡ ਸਬਸਟੀਟਿਊਟਸ ਕੀ ਹੁੰਦੇ ਆ? ਬਹੁਤੇ ਸ਼ਬਦਾਂ ਦੀ ਜਗ੍ਹਾ ਇੱਕ ਸ਼ਬਦ। ਤੁਸੀਂ ਜਿੰਨੇ ਵੱਡੇ ਆਫਿਸਰਸ ਦੇ ਕੈਬਿਨਸ ਵਿੱਚ ਐਂਟਰ ਕਰਦੇ ਹੋ, ਮਿਨਿਸਟਰਸ ਦੇ ਕੈਬਿਨ ਵਿੱਚ ਐਂਟਰ ਕਰਦੇ ਹੋ, ਉਹਨਾਂ ਦੇ ਟੇਬਲ 'ਤੇ ਲਿਖਿਆ ਹੁੰਦਾ ਬੀ ਬਰੀਫ, ਵੀ ਥੋੜ੍ਹੇ ਸਮੇਂ 'ਚ ਜਲਦੀ ਗੱਲ ਕਰੋ। ਤੋ ਅਗਰ ਇਹ ਚੀਜ਼ਾਂ ਤੁਹਾਨੂੰ ਪਤਾ ਹੈ, ਵਨ ਵਰਡ ਸਬਸਟੀਟਿਊਟਸ ਵੀ ਪਤਾ, ਤਾਂ ਤੁਸੀਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਵਰਡ ਕਹਿ ਕੇ ਕਿਸੇ ਨੂੰ ਇੰਪ੍ਰੈਸ ਕਰ ਸਕਦੇ। ਇੱਕ ਸੈਂਟੈਂਸ ਦੀ ਜਗ੍ਹਾ ਇੱਕ ਵਰਡ रिप्लेस करना है, लेकिन ਇਹਦਾ मतलब है कि वन वर्ड सब्सटीट्यूट वोकैबुलरी है। और कई कॉम्पीटिटिव एग्जाम्स ਵਿੱਚ ਵੀ ਇਹਨਾਂ ਦੇ ਕੁਐਸਚਨ ਆਉਂਦੇ, ਤੁਹਾਡੇ 9th ਦੇ ਸਿਲੇਬਸ ਵਿੱਚ ਵੀ ਮੈਂ ਪੜ੍ਹਿਆ ਸੀ, 10th ਵਿੱਚ ਵੀ ਹੈਗੇ ਆ, ਔਰ ਜਦੋਂ ਤੁਸੀਂ ਹੁਣ +1 +2 ਵਿੱਚ ਆ ਜਾਂਦੇ ਹੋ ਤਾਂ ਵਨ ਵਰਡ ਸਬਸਟੀਟਿਊਟਸ ਤੁਹਾਡੇ ਅਲਟੀਮੇਟਲੀ ਕੈਰੈਕਟਰ ਸਕੈਚਿਸ ਤੁਹਾਡੇ ਪੈਰਾਗ੍ਰਾਫ ਮੇਕਿੰਗ ਵਿੱਚ ਵੀ ਹੈਲਪ ਕਰਦੇ ਹੈਗੇ ਆ। ਸੋ ਦੇ ਆਰ ਆਲ ਥੀਸ ਥਿੰਗਸ ਜਿਹੜਾ ਮੈਂ ਰਿਪੀਟ ਕਰ ਰਿਹਾ ਤੁਹਾਡੇ ਸਿਲੇਬਸ ਵਿੱਚ 9th 10th ਵਿੱਚ ਰਹਿ ਚੁੱਕੀਆਂ, 9th ਦੀ ਗ੍ਰਾਮਰ ਵਿੱਚ ਵੀ ਹੈਗੀਆਂ, 10th ਵਿੱਚ ਵੀ ਹੈਗੀਆਂ। ਪਲੱਸ ਉਹਨਾਂ 'ਚ ਥੋੜ੍ਹੀ ਜਿਹੀ ਸ਼ੇਪ ਬਦਲ ਜਾਂਦੀ ਹੈ, ਉਹਨਾਂ ਦਾ ਰੂਪ ਬਦਲ ਜਾਂਦਾ, ਫਾਈਨਾਈਟਸ ਨੋਨ ਫਾਈਨਾਈਟ ਜੀਰਨਸ ਵਗੈਰਾ ਆ ਜਾਂਦੇ ਹੈਗੇ, ਬਟ ਦੇ ਆਰ ਆਲਸੋ ਪਾਰਟ ਆਫ ਵੋਕੈਬਲਰੀ। ਸੋ ਵਨ ਵਰਡ ਸਬਸਟੀਟਿਊਟਸ ਦੀ ਐਗਜ਼ਾਮਪਲ ਜਿਵੇਂ ਕਿਸੇ ਕਹਿਣਾ ਹੋਵੇ ਵੀ ਸਾਰੀਆਂ ਔਰਤਾਂ ਨੂੰ ਨਫ਼ਰਤ ਕਰਦਾ ਹੈ, ਇਜ਼ ਅ ਹੇਟਰ ਆਫ ਵੂਮਨ ਕਾਈਂਡ, ਇਜ਼ ਅ ਮਿਸੋਗਾਈਨਿਸਟ ਹੈ, ਗਾਇਨੀ। ਔਰ ਫਿਰ ਵਰਡ ਯਾਦ ਕਰਨ ਦਾ ਇੱਕ ਮੈਂ ਤੁਹਾਨੂੰ ਫਾਰਮੂਲਾ ਦੱਸਾਂਗਾ, ਉਹ ਫਾਰਮੂਲਾ ਹੈਗਾ PSR ਜਾਂ PRS ਕਹਿੰਦੇ ਫਾਰਮੂਲਾ, ਯਾਦ ਰੱਖੋਗੇ PRS ਫਾਰਮੂਲਾ। That means word ਦੇ prefix और R means root और S means suffix। ਜਦੋਂ ਯਾਦ ਰੱਖੋਗੇ, ਜਦੋਂ ਇਹਨਾਂ ਨੂੰ ਗਰੁੱਪਸ ਵਿੱਚ ਯਾਦ ਰੱਖ ਲਿਆ, ਤੁਸੀਂ ਕੋਈ ਵੀ ਵਰਡ ਦਾ ਮੀਨਿੰਗ ਇੰਟਰਪ੍ਰੀਟ ਕਰ ਸਕਦੇ ਹੋ। ਔਰ ਵਨ ਵਰਡ ਸਬਸਟੀਟਿਊਟ ਜਿਹੜਾ ਹੈਗਾ ਯਾਦ ਕਰਨ ਦਾ ਮੈਥਡ ਇਹੀ ਹੈ ਕਿ ਤੁਸੀਂ ਇਹਦਾ ਰੂਟ ਮੈਥਡ ਸਮਝੋ। ਅੱਜ ਕੱਲ੍ਹ
अपने डिपार्टमेंट मॉर्निंग असैम्बली आप रूट वर्ड बोलिया सी यू शुड लिसन वेरी केयरफुली। और अपनी वकैब इंप्रूव करनी है रूट मैथड ਨੂੰ ਆਪਾਂ ਬਹੁਤ ਅੱਛਾ ਮੈਥਡ ਸਮਝਦੇ ਕਿ ਵੰਸ ਯੂ ਅੰਡਰਸਟੂਡ ਦ ਰੂਟਸ ਆਫ ਦੋਜ਼ ਵਰਡਸ ਤੁਹਾਨੂੰ ਉਹਦੇ ਨਾਲ ਅਗਰ ਕੋਈ ਵੀ ਵਰਡ ਅਟੈਚ ਹੋ ਜਾਏ ਤਾਂ ਯੂ ਕੈਨ ਈਜ਼ੀਲੀ ਮੇਕ ਅਪ ਔਰ ਯੂ ਕੈਨ ਮੇਕ ਅ ਗੈਸ ਕਿ ਇਹਦਾ ਮਤਲਬ ਇਹ ਹੋ ਸਕਦਾ ਹੈ। ਆਪਾਂ ਐਗਜ਼ਾਮਪਲ ਲੈ ਲੈਂਦੇ ਇੱਕ ਵਰਡ ਰੂਟ ਵਰਡ ਹੈਗਾ ਕ੍ਰੇਸੀ। ਸੋ ਕ੍ਰੇਸੀ ਇਜ਼ ਅ ਕਾइंड ऑफ ਸਫਿਕਸ ਹੈ। ਸੋ ਲੇਕਿਨ ਕ੍ਰੇਸੀ ਦਾ ਮਤਲਬ ਰੂਲ ਜਾਂ ਗਵਰਨਮੈਂਟ ਹੁੰਦਾ ਹੈ। ਅਗਰ ਕਹਿੰਦੇ ਗਵਰਨਮੈਂਟ ਬਾय ਪੀਪਲ ਹੈ ਡੈਮੋਕ੍ਰੇਸੀ ਹੈ, गवर्नमेंट बाय ऑफिशियल्स है ब्यूरोक्रेसी है, गवर्नमेंट बाय द रिच है प्लूटोक्रेसी है। तो इस तरह जजमेंट जल्दी हो जाए। क्रेसी वर्ड याद कर लिया तो फिर डेमो ब्यूरो प्लूटो लगन दे नाल वर्ड समझ आ जाएंगे। एक होर एग्जाम्पल देता सबस्टिट्यूशन एक साइड लैने। तो साइड मीनस किलिंग। होमिसाइड की होंदा है किसी आदमी का मर्डर, किलिंग ऑफ ए ह्यूमन बीइंग इज अ होमिसाइड। किलिंग ऑफ ए किंग इज रेजिसाइड। Killing of an infant is infanticide. Killing of a race is genocide. And killing of self is a suicide. तो अपनी vocabulary enhance करनी है तो you should learn through root words. It will make things easy for you. और ये कोई it's not just an exercise we do in the mornings assembly. So there is a reason that we are giving you root words. The next time you go to morning assembly, please do pay attention to root verbs because they are going to take you a long way. ਤੁਹਾਨੂੰ ਬਾਰ-ਬਾਰ ਵਰਡ ਯਾਦ ਕਰਨ ਦੀ ਲੋੜ ਨਹੀਂ ਪੈਗੀ। ਨਹੀਂ ਤਾਂ ਫਿਰ ਕੀ ਕਰਦੇ ਹੋ ਵਰਡਸ ਨੂੰ ਰੱਟੇ ਲਾ ਕੇ ਯਾਦ ਕਰਦੇ ਹੋ। ਲੇਕਿਨ ਵਰਡਸ ਦ ਵਰਡ ਇਜ਼ ਕਲੋਜ਼ ਟੂ ਯਰ ਹਾਰਟ, ਤੁਹਾਡੇ ਦਿਲ ਦੇ ਨੇੜੇ ਹੋ ਜਾਣਗੇ ਜਦੋਂ ਸ਼ਬਦ ਤੁਸੀਂ ਜਦੋਂ ਮਰਜ਼ੀ ਉਹਦਾ ਅੰਦਾਜ਼ਾ ਲਗਾ ਸਕਦੇ ਹੋ, ਉਹਨਾਂ ਨੂੰ ਵਰਡ ਜਾਣ ਸਕਦੇ ਹੋ। ਇੱਕ ਹੋਰ ਐਗਜ਼ਾਮਪਲ ਸੀ ਆਪਾਂ ਇਹਨੂੰ ਨਹੀਂ ਕਰਦੇ। ਔਰ ਇੱਕ ਫਿਫਥ ਐਲੀਮੈਂਟ ਆਪਾਂ ਸਿਨੋਨਿਮਸ ਸਿੱਖਾਂਗੇ। ਤੁਹਾਨੂੰ ਕੋਈ ਆਲੂ ਦੀ ਸਬਜ਼ੀ ਰੋਜ਼ ਉਬਾਲ ਕੇ ਦੇਈ ਜਾਏ ਤੇ ਕੋਈ ਕਹੇ ਵੀ ਸਿਰਫ ਨਮਕ ਪਾ ਕੇ ਦੇਣਾ ਹੈ, ਮੈਂ ਕੋਈ ਮਸਾਲੇ ਨਹੀਂ ਪਾਣੇ, ਹਾਊ ਵਿਲ ਯੂ ਲਾਈਕ ਇਟ, ਕਿੱਦਾਂ ਦਾ ਲੱਗੇਗਾ ਕਿ ਉਹ ਆਲੂ ਦੀ ਸਬਜ਼ੀ ਕਿੱਦਾਂ ਲੱਗੇਗੀ। ਤਾਂ ਇਸ ਤਰ੍ਹਾਂ ਹੀ ਜੇ ਕੋਈ ਵਰਡ ਨੂੰ ਬਾਰ-ਬਾਰ ਯੂਜ਼ ਕਰੀ ਜਾਓਗੇ ਗੁੱਡ ਹੈ ਵੈਰੀ ਗੁੱਡ ਹੈ ਤਾਂ ਇਟ ਵਿਲ ਲੁੱਕ ਵੈਰੀ ਬਲੈਂਡ ਕਿ ਅੱਗੇ ਲੱਗੇਗਾ ਕਿ ਇਹਦੀ ਕੋਈ ਇਮੈਜੀਨੇਸ਼ਨ ਹੀ ਨਹੀਂ ਹੈਗੀ, ਕੋਈ ਵੋਕੈਬਲਰੀ ਨਹੀਂ ਹੈਗੀ। ਤਾਂ ਸਿਨੋਨਿਮਸ ਨੂੰ ਆਪਾਂ ਲੈਂਗੁਏਜ ਦਾ ਫਲੇਵਰ ਕਹਿੰਦੇ ਹਾਂ। ਤਾਂ ਫਲੇਵਰ ਕਿਹੜੇ ਹੁੰਦੇ ਆ? ਮਸਾਲੇ ਹੁੰਦੇ ਆ। ਔਰ ਵਰਡ ਕਿੰਨਾ ਮੋਨੋਟਨਸ ਹੋਏਗਾ, ਇੱਕੋ ਹੀ ਵਰਡ ਦੇ ਨਾਲ ਤੁਸੀਂ ਹਰ ਇੱਕ ਚੀਜ਼ ਨੂੰ ਡਿਸਕ੍ਰਾਈਬ ਕਰੀ ਜਾਓਗੇ। ਇਫ everything is expressed by a single word in every situation, life would be very boring. So we have synonyms and antonyms to flavor our communication skills. Or for example, smart or synonyms ਨੂੰ ਆਪਾਂ smart words ਵੀ ਕਹਿੰਦੇ ਹਾਂ। See, you will remember. Synonyms flavor ਹੈ language ਦਾ। Synonyms ਨੂੰ smart words ਵੀ ਕਹਿੰਦੇ ਹੈਗੇ। Make your language look attractive. ਆਪਾਂ ਕਿਸੇ ਨੂੰ endless energy ਵਾਲਾ ਕਹਿਣਾ ਹੋਵੇ, ਵਾ ਕਹਿੰਦਾ ਯਾਰ ਵੀਕ ਹੈ, ਫ੍ਰੇਜਾਈਲ ਹੈ, ਫਲਿਮਜ਼ੀ ਹੈ, ਫੇਂਟ ਹੈ। ਔਰ ਕੋਈ ਚੀਜ਼ ਤੇਜ਼ ਕੰਮ ਕਰਨਾ ਆਪਾਂ ਕਹਿੰਦੇ ਫਾਸਟ ਕਹਿੰਦੀ ਜਾਏ, ਤੁਸੀਂ ਪ੍ਰੋਮਪਟ ਕਿਉਂ ਨਹੀਂ ਕਹਿੰਦੇ? ਕੁਇਕ ਕਹਿ ਲਓ, ਹਰੀ ਕਹਿ ਲਓ। ਔਰ ਰਿਚ ਪੀਪਲ ਨੂੰ ਕੱਲਾ ਰਿਚ ਕਹਿੰਦੀ ਜਾਏ ਵੈਲਦੀ ਕਹਿ ਲਓ, ਐਫਲੂਐਂਟ ਕਹਿ ਲਓ, ਵੈਲ ਆਫ ਕਹਿ ਲਓ। ਸੀ ਸਿਨੋਨਿਮਸ ਦੇ ਯੂਜ਼ ਦੇ ਨਾਲ ਕਿੰਨਾ ਬ੍ਰਿਲੀਅੰਟ ਇੱਕ ਕਲਰਫੁਲ ਹੋ ਜਾਂਦੀ ਲੈਂਗੁਏਜ। ਔਰ ਹਮੇਸ਼ਾ ਸਿਨੋਨਿਮਸ ਨੂੰ ਕੰਟੈਕਸਟ ਦੇ ਨਾਲ ਯੂਜ਼ ਕਰਨਾ ਚਾਹੀਦਾ ਹੈਗਾ। ਕੁਝ ਸਿਨੋਨਿਮਸ ਹੈਗਾ ਜੇ ਹਿਊਜ ਦਾ ਵਰਡ ਲਾਰਜ ਵੀ ਹੁੰਦਾ ਅਤੇ ਐਲਡਰ ਵੀ ਹੁੰਦਾ। ਔਰ ਅਗਰ ਤੁਹਾਡਾ ਵੱਡਾ ਭਰਾ ਹੈਗਾ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਮੀਟ ਮਾਈ ਐਲਡਰ ਬ੍ਰਦਰ ਆਪਾਂ ਕਹਿੰਦੇ ਹਾਂ, ਲੇਕਿਨ ਮੀਟ ਮਾਈ ਹਿਊਜ ਬ੍ਰਦਰ ਤਾਂ ਕਹਿੰਦੇ ਨਹੀਂ। ਸੋ ਕੰਟੈਕਸਟ ਦਾ ਵੀ ਧਿਆਨ ਰੱਖਣਾ ਹੈ। ਇੱਕ ਜਿਵੇਂ ਕੋਈ ਚੀਜ਼ ਖਤਮ ਹੋ ਗਈ ਹੋਵੇ, ਆਪਾਂ ਉਹਨੂੰ ਕਹਿੰਦੇ ਯਾਰ ਐਕਸਪਾਇਰ ਹੋ ਗਈ, ਡੈਡ ਹੋ ਗਈ। ਹੁਣ ਤੁਸੀਂ ਲਾਇਸੈਂਸ ਤਾਂ ਕਹਿ ਸਕਦੇ ਹੋ ਖਤਮ ਹੋ ਗਿਆ, ਲਾਇਸੈਂਸ ਐਕਸਪਾਇਰ ਹੋ ਗਿਆ, ਲਾਇਸੈਂਸ ਨੂੰ ਡੈਡ ਨਹੀਂ ਕਹਿ ਸਕਦੇ। ਲੇਕਿਨ ਇਹੀ ਦੋਨੇ ਵਰਡ ਤੁਸੀਂ ਕਿਸੇ ਦੀ ਡੈਥ ਵਾਸਤੇ ਕਹਿ ਸਕਦੇ ਹੋ, ਮਾਈ ਗ੍ਰੈਂਡਮਦਰ ਹੈਜ਼ ਐਕਸਪਾਇਰਡ, ਮਾਈ ਗ੍ਰੈਂਡਮਦਰ ਇਜ਼ ਡੈਡ, ਤੋਂ ਇਹ ਕਹਿ ਸਕਦੇ ਹੋ। ਔਰ ਸਿਨੋਨਿਮਸ ਯਾਦ ਕਰਨ ਵਾਸਤੇ ਤੁਸੀਂ ਥਿਸੋਰਸ ਜ਼ਰੂਰ ਰੱਖਿਓ। ਇੱਕ ਡਿਕਸ਼ਨਰੀ ਜਿਹਦੇ ਵਿੱਚ ਸਿਮਿਲਰ ਮੀਨਿੰਗਸ ਮਿਲਦੇ ਹੈਗੇ, ਸਿਨੋਨਿਮਸ ਮਿਲਦੇ ਆ। ਯੂ ਕੈਨ ਡਾਊਨਲੋਡ ਇਟ, ਯੂ ਕੈਨ ਬਾਈ ਇਟ। ਤਾਂ ਇਸ ਵਾਸਤੇ ਕੁਝ ਸਪੈਸੀਮਨ ਸਿਨੋਨਿਮਸ ਦੇ ਸੀ। ਇਸ ਤਰ੍ਹਾਂ ਸਲਾਈਡਸ ਜਿਹੜੀਆਂ ਸਿਨੋਨਿਮਸ ਤੁਹਾਨੂੰ ਹੋਰ ਮਿਲ ਜਾਣਗੀਆਂ। ਔਰ I'll just round up with this ਕਿ ਕਨਫਿਊਜ਼ਿੰਗ ਵਰਡ ਨੂੰ ਥੋੜ੍ਹਾ ਜ਼ਰੂਰ ਡੋਂਟ ਫੋਰਗੈਟ। ਕਨਫਿਊਜ਼ਿੰਗ ਵਰਡ ਜਿਹੜੇ ਹੈਗੇ ਆ ਜਿਵੇਂ ਅਬੋਰਡ ਅਤੇ ਅਬਰੋਡ ਡਿਫਰੈਂਟ ਮੀਨਿੰਗ ਰੱਖਦੇ ਆ। ਜੋਬ ਅਤੇ ਵਰਕ ਵਿੱਚ ਡਿਫਰੈਂਟ ਮੀਨਿੰਗ ਹੁੰਦਾ। ਇਸ ਤਰ੍ਹਾਂ ਹੀ ਬਰੀਫਲੀ ਅਤੇ ਸ਼ਾਰਟਲੀ 'ਚ ਕੀ ਫਰਕ ਹੈ, ਐਡਵਾਈਸ ਅਤੇ ਐਡਵਾਈਜ਼ ਵਿੱਚ ਕੀ ਫਰਕ। ਤਾਂ ਯੂ ਸ਼ੁੱਡ ਟੇਕ ਕੇਅਰ ਆਫ ਆਲ ਦੀਜ਼ ਵਰਡਸ। ਔਰ ਇਸ ਤਰ੍ਹਾਂ ਹੀ ਟ੍ਰਿਕੀ ਵਰਡਸ ਜਿਹਨੂੰ ਫਾਲਸ ਫਰੈਂਡਸ ਕਹਿੰਦੇ, ਉਹਨਾਂ ਦਾ ਵੀ ਧਿਆਨ ਰੱਖਣਾ। ਜਿਹੜੇ ਦੇਖੋ ਨਾ ਇੱਕੋ ਜਿਹਾ ਮੀਨਿੰਗ ਹੋ ਰਿਹਾ, ਆਵਾਜ਼ ਵੀ ਸੇਮ ਹੈ, ਪ੍ਰੋਨਾਊਂਸੀਏਸ਼ਨ ਵੀ ਸੇਮ ਹੈ, ਲੇਕਿਨ ਮੀਨਿੰਗ ਅਲੱਗ। So extend your vocabulary
ਆਪਣੇ ਨਵੇਂ ਵਰਡਸ, ਫਰੇਜ਼ਸ, ਐਕਸਪ੍ਰੈਸ਼ਨ ਸਿੱਖਦੇ ਰਹੋ ਰੈਗੂਲਰ ਬੇਸਿਸ ਦੇ ਉੱਤੇ, ਔਰ ਤੁਸੀਂ ਆਪਣਾ ਵੈਰਾਈਟੀ ਆਫ ਸੋਰਸਿਸ, ਮੈਗਜ਼ੀਨ, ਨਿਊਜ਼ਪੇਪਰਸ, ਨੈਟ ਜੋ ਵੀ ਯੂਜ਼ ਕਰ ਸਕਦੇ ਹੋ। ਥੈਂਕ ਯੂ ਵੈਰੀ ਮਚ।